ਮੇਰੀ ਭੈਣੋ ਤੇ ਭਰਾਵੋ, ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਜੀ ਆਇਆਂ ਨੂੰ। ਕਹਿੰਦੇ ਨੇ ਛੜਿਆਂ ਦੀ ਅੱਗ ਨਹੀਂ ਬਲਦੀ। ਅਸੀਂ ਇਸੀ ਅੱਗ ਨੂੰ ਬਾਲਣ ਲਈ ਸਿੰਪਲ ਕੁਕਿੰਗ ਫੂਡ ਦਾ ਪੱਖਾ ਲੈ ਕੇ ਆਏ ਹਾਂ, ਤਾਂ ਕਿ ਉਹਨਾਂ ਛੜਿਆਂ ਦੀ ਅੱਗ ਬਲ ਸਕੇ ਤੇ ਉਹ ਜਿਹੜੇ ਕਿ ਆਪਣਾ ਦੇਸ਼ ਛੱਡ ਕੇ ਇੱਥੇ ਪ੍ਰਦੇਸ਼ ਦੇ ਵਿੱਚ ਵਸੇ ਹੋਏ ਨੇ, ਇੱਥੇ ਉਹੀ ਸਵਾਦ ਲੈ ਸਕਣ ਜੋ ਕਿ ਉਹ ਉੱਥੇ ਆਪਣੇ ਦੇਸ਼ ਦੇ ਵਿੱਚ ਲੈਂਦੇ ਸਨ। ਇਸ ਕੰਮ ਦੇ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਅਸੀਂ ਚੂੰਕਿ ਅੱਜ ਚੌਂਕੇ ਚੜ੍ਹਨ ਲੱਗੇ ਹਾਂ ਤੇ ਅਸੀਂ ਇੱਕ ਮਿੱਠੀ ਡਿਸ਼ ਦੇ ਨਾਲ ਆਪਣੇ ਇਸ ਪ੍ਰੋਗਰਾਮ ਦਾ ਆਗਾਜ਼ ਕਰਾਂਗੇ। ਆਓ ਸਾਰੇ ਮਿਲ ਕੇ ਸੂਜੀ ਦਾ ਹਲਵਾ ਬਣਾਉਣਾ ਸਿੱਖੀਏ। ਸੂਜੀ ਦਾ ਹਲਵਾ ਬਣਾਉਣਾ ਬਹੁਤ ਹੀ ਆਸਾਨ ਇੱਕ ਡਿਸ਼ ਹੈਗੀ ਹੈ। ਫਾਰਮੂਲਾ ਇਹਦਾ ਬੜਾ ਹੀ ਸਿੰਪਲ ਹੈ। ਜੇ ਤੁਸੀਂ 1 ਕੱਪ ਸੂਜੀ ਲੈਂਦੇ ਜੇ, 1 ਕੱਪ ਚੀਨੀ ਲੈਣੀ ਹੈ ਤੇ 3 ਕੱਪ ਤੁਸੀਂ ਇਹਦੇ ਵਿੱਚ ਪਾਣੀ ਪਾਣਾ ਹੈ। ਸੋ ਦੁਬਾਰਾ ਤੋਂ ਰਿਪੀਟ ਕਰ ਦੇਣਾ, 1 ਕੱਪ ਸੂਜੀ, 1 ਕੱਪ ਚੀਨੀ ਤੇ 3 ਕੱਪ ਜਿਹੜੇ ਨੇ ਉਹ ਤੁਸੀਂ ਪਾਣੀ ਇਸਤੇਮਾਲ ਕਰਨਾ ਹੈ। ਤੁਸੀਂ ਇਹ ਵੇਖੋਗੇ ਇਸ ਫਾਰਮੂਲੇ ਦੇ ਨਾਲ ਸੂਜੀ ਬਿਲਕੁਲ ਵੈਸੀ ਹੀ ਬਣੇਗੀ ਜੈਸੀ ਕਿ ਤੁਸੀਂ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਵੇਚਦੇ ਹੋਏ ਪਾਉਂਦੇ ਜੇ। ਸੋ ਸ਼ੁਰੂ ਕਰਨ ਲਈ ਅਸੀਂ ਸ਼ੁਰੂ ਦੇ ਵਿੱਚ ਕੁਝ ਜਿਹੜੇ ਡਰਾਈ ਫਰੂਟ ਨੇ ਉਹ ਇਸਤੇਮਾਲ ਕਰਾਂਗੇ। ਵਿੱਚ ਮੈਂ ਅਖਰੋਟ ਲਿਆ, ਬਦਾਮ ਲਿਆ, ਤੁਸੀਂ ਕਾਜੂ, ਕਿਸ਼ਮਿਸ਼ ਕੁਝ ਵੀ ਚੀਜ਼ਾਂ ਇਸਤੇਮਾਲ ਕਰ ਸਕਦੇ ਜੇ। ਜ਼ਰਦੇ ਦਾ ਰੰਗ ਹੈ, ਚੀਨੀ ਹੈ, ਸੂਜੀ ਹੈ ਤੇ ਇਸ ਤੋਂ ਇਲਾਵਾ ਚੰਦ ਇਲਾਚੀ ਦੇ ਦਾਣੇ ਵੀ ਇਸਤੇਮਾਲ ਕੀਤੇ ਜਾਂਦੇ। ਤੇ ਆਓ ਕੁਕਿੰਗ ਸ਼ੁਰੂ ਕਰਨੇ ਆ। ਸਭ ਤੋਂ ਪਹਿਲਾਂ ਅਸੀਂ ਇੱਕ ਕੜਾਈ ਲਈਏ, ਉਹਨੂੰ ਤੁਸੀਂ ਅੱਗ ਜਲਾ ਲਈਏ ਤੇ ਉਹਦੇ ਵਿੱਚ ਜਿਹੜੀ 1 ਕੱਪ ਸੂਜੀ ਲਈ ਸੀ ਉਹ ਪਾ ਕੇ ਉਹਨੂੰ ਤੁਸੀਂ ਸੁੱਕੇ ਨੂੰ ਹੀ ਭੁੰਨਣਾ ਹੈਗਾ। ਸੂਜੀ ਨੂੰ ਉਸ ਹੱਦ ਤੱਕ ਭੁੰਨੋ ਕਿ ਉਹਦਾ ਕਲਰ ਜਿਹੜਾ ਥੋੜਾ ਬਹੁਤਾ ਚੇਂਜ ਹੋ ਜਾਏ ਤੇ ਉਹ ਵੇਖਣ 'ਚ ਤੁਹਾਨੂੰ ਭੁੱਜੀ ਨਜ਼ਰ ਆਉਣ ਲੱਗ ਪਏ। ਇਹਨੂੰ ਸੁੱਕੇ 'ਚ ਭੁੰਨਣ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਹਨੂੰ ਸਿੱਧਾ ਜੇ ਤੇਲ 'ਚ ਭੁੰਨੋਗੇ ਤੇ ਉਹ ਦਾਣਾ ਨਹੀਂ ਆ ਸਕੇਗਾ ਜਿਹੜਾ ਕਿ ਸੂਜੀ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਤੁਸੀਂ ਹੁਣ ਥੋੜੀ ਦੇਰ 'ਚ ਵੇਖੋਗੇ ਕਿ ਸੂਜੀ ਦਾ ਰੰਗ ਜਿਹੜਾ ਉਹ ਤਬਦੀਲ ਹੋਣਾ ਸ਼ੁਰੂ ਹੋ ਗਿਆ ਤੇ ਉਹਦਾ ਦਾਣਾ ਅਲੱਗ ਹੋਣਾ ਸ਼ੁਰੂ ਹੋ ਜਾਏਗਾ। ਸੂਜੀ ਹੁਣ ਭੁੱਜਣਾ ਸ਼ੁਰੂ ਹੋ ਗਈ ਹੈ ਤੇ ਬੜੀ ਹੀ ਅੱਛੀ ਖੂਬਸੂਰਤ ਸੂੰਦੀ ਜੀ ਖੁਸ਼ਬੂ ਇਹਦੇ 'ਚੋਂ ਆਉਣੀ ਸ਼ੁਰੂ ਹੋ ਗਈ ਹੈ, ਜਿਹੜਾ ਕਿ ਇਸ ਚੀਜ਼ ਦੀ ਦੱਸ ਰਹੀ ਹੈ ਕਿ ਸੂਜੀ ਹੁਣ ਜਿਹੜੀ ਹੈ ਉਹ ਭੁੱਜਣੀ ਸ਼ੁਰੂ ਹੋ ਗਈ ਹੈ। ਥੋੜਾ ਬਹੁਤਾ ਤੁਹਾਨੂੰ ਇਹਦਾ ਕਲਰ ਵੀ ਸ਼ਾਇਦ ਤਬਦੀਲ ਹੁੰਦਾ ਨਜ਼ਰ ਆਉਂਦਾ ਹੋਏ, ਵੀਡੀਓ 'ਚ ਸ਼ਾਇਦ ਪਤਾ ਨਾ ਲੱਗੇ, ਲੇਕਿਨ ਇਹਦਾ ਕਲਰ ਹੁਣ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੈ। ਇਹਨੂੰ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ ਕਿਉਂਕਿ ਅਸੀਂ ਚੂੰਕਿ ਜ਼ਰਦੇ ਦਾ ਰੰਗ ਇਸਤੇਮਾਲ ਕਰਨਾ ਹੈ। ਇਹਨੂੰ ਉਸ ਹੱਦ ਤੱਕ ਭੁੰਨਣਾ ਹੈ ਕਿ ਜ਼ਰਦੇ ਦਾ ਰੰਗ ਜਿਹੜਾ ਹੈ ਉਹ ਆਪਣਾ ਕਲਰ ਇਸ ਸੂਜੀ ਦੇ ਉੱਤੇ ਛੱਡ ਸਕੇ। ਸੂਜੀ ਹੁਣ ਭੁੱਜ ਗਈ ਹੈ ਤੇ ਜਦੋਂ ਇਸ ਸਿਚੁਏਸ਼ਨ 'ਚ ਆ ਜਾਏ ਤੇ ਕੜਛੀ ਥੋੜੀ ਤੇਜ਼ ਚਲਾਉਣੀ ਪਏਗੀ ਤੇ ਨਾਲੇ ਹੁਣ ਮੈਂ ਇਹਦੀ ਥੱਲੋਂ ਅੱਗ ਬੰਦ ਕਰਨ ਦਿਆਂ। ਤੇ ਸੂਜੀ ਭੁੱਜਣ ਦੇ ਬਾਅਦ ਤੁਸੀਂ ਤੇਲ ਥੋੜਾ ਗਰਮ ਕਰ ਲੈਣਾ ਤੇ ਉਹਦੇ ਵਿੱਚ ਬਦਾਮ ਤੇ ਅਖਰੋਟ ਵਗੈਰਾ ਜਿਹੜੇ ਅਸੀਂ ਲਏ ਸਨ ਉਹਨਾਂ ਨੂੰ ਥੋੜੀ ਦੇਰ ਦੇ ਲਈ ਭੁੰਨ ਲੈਣਾ। ਪਿਸਤਾ ਵੀ ਅਸੀਂ ਇਸਤੇਮਾਲ ਕਰਾਂਗੇ, ਲੇਕਿਨ ਪਿਸਤਾ ਜਿਹੜਾ ਹੈ ਉਹ ਅਸੀਂ ਇਸਤੇਮਾਲ ਕਰਾਂਗੇ ਉਹਦੀ ਗਾਰਨਿਸ਼ ਦੇ ਲਈ। ਸਾਡੇ ਅਖਰੋਟ ਤੇ ਬਦਾਮ ਜਿਹੜੇ ਨੇ ਇਸ ਟਾਈਮ ਭੁੱਜਣ ਦੇ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ, ਸਿਰਫ ਇਸ ਹੱਦ ਤੱਕ ਕਿ ਥੋੜੇ ਬਹੁਤੇ ਨਰਮ ਹੋ ਜਾਣ ਕਿਉਂਕਿ ਇਹਨਾਂ ਨੇ ਅਜੇ ਸੂਜੀ ਦੇ ਵਿੱਚ ਜਾ ਕੇ ਵੀ ਪਕਣਾ ਹੈਗਾ। ਇਹਨਾਂ ਦੇ ਵਿੱਚ ਕਰਾਰਾਪਨ ਆਉਂਦਾ ਜਾ ਰਿਹਾ ਤੇ ਮੈਂ ਹੁਣ ਅੱਗ ਬੰਦ ਕਰਨ ਦਿਆਂ ਤੇ ਇਹਨਾਂ ਨੂੰ ਤੁਸੀਂ ਬਾਅਦ ਵਿੱਚ ਆਪਣੀ ਪਲੇਟ 'ਚ ਲਹਿਦਾ ਤੋਂ ਕੱਢ ਲੈਣਾ। ਸਾਡੀ ਸੂਜੀ ਜਿਹੜੀ ਇਹ ਸ਼ੁਰੂ 'ਚ ਭੁੱਜ ਚੁੱਕੀ ਹੈ ਤੇ ਨਾਲ ਅਸੀਂ ਥੋੜ੍ਹਾ ਜਿਹਾ ਆਪਣਾ ਜਿਹੜਾ ਡਰਾਈ ਫਰੂਟ ਹੈ ਉਹਨੂੰ ਵੀ ਭੁੰਨ ਲਿਆ। ਹੁਣ ਅਸੀਂ ਤਿਆਰ ਕਰ ਲੈਂਦੇ ਹਾਂ ਚਾਸ਼ਨੀ, ਜਿਹੜੀ ਕਿ ਸੂਜੀ ਨੂੰ ਮਿੱਠਾ ਕਰਨ ਦੇ ਕੰਮ ਆਉਂਦੀ ਹੈ। ਉਹਦੇ ਲਈ ਕੀ ਜੀ ਮੈਂ ਤੁਹਾਨੂੰ ਦੱਸਿਆ ਸੀ ਕਿ 3 ਕੱਪ ਪਾਣੀ ਹੋਣਾ ਚਾਹੀਦਾ। ਅੱਗ ਜਲਾ ਲੈਂਦੇ ਹਾਂ
ਤੇ ਉਸ 3 ਕੱਪ ਪਾਣੀ ਦੇ ਵਿੱਚ ਪੂਰਾ 1 ਕੱਪ ਜਿਹੜਾ ਹੈ ਉਹ ਚੀਨੀ ਦਾ ਪਾ ਦੇਣਾ ਹੈ। ਤੇ ਨਾਲੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਕੁਝ ਸਬਜ਼ ਇਲਾਚੀ ਦਾ ਵੀ ਇਸਤੇਮਾਲ ਕਰਾਂਗੇ, ਛੋਟੀ ਇਲਾਚੀ ਵੀ ਇਹਨੂੰ ਕਿਹਾ ਜਾਂਦਾ ਹੈ। ਇਹਦੇ ਅਸੀਂ ਦਾਣੇ ਕੱਢ ਕੇ ਪਾਣੇ ਨੇ। ਕੁਝ ਲੋਕ ਇਹਦਾ ਪਾਊਡਰ ਇਸਤੇਮਾਲ ਕਰ ਲੈਂਦੇ ਨੇ, ਲੇਕਿਨ ਮੈਂ ਦਾਣਾ ਪਾਣਾ ਪਸੰਦ ਕਰਨਾ, ਕਿਉਂਕਿ ਦਾਣਾ ਜਿਹੜਾ ਹੈ ਜਦੋਂ ਮੂੰਹ ਦੇ ਵਿੱਚ ਆਉਂਦਾ ਹੈ ਤੇ ਉਹ ਜ਼ਿਆਦਾ ਟੇਸਟ ਦਿੰਦਾ ਹੈ। ਅੱਠ ਤੋਂ 10 ਦਾਣੇ ਤੁਸੀਂ ਇਸਤੇਮਾਲ ਕਰ ਸਕਦੇ ਜੇ। ਚਾਸ਼ਨੀ ਬਣਨ ਲੱਗੇ ਕੋਈ ਬਹੁਤਾ ਟਾਈਮ ਨਹੀਂ ਲੱਗੇਗਾ। ਸਾਡੀ ਚੀਨੀ ਜਦੋਂ ਪਾਣੀ ਦੇ ਵਿੱਚ ਹੱਲ ਹੋ ਜੇ ਉਨਾ ਹੀ ਕਾਫੀ ਹੈ। ਇਹਨੂੰ ਕੋਈ ਇੱਕ ਤਾਰ ਦੀ ਚਾਸ਼ਨੀ ਦੀ ਤਰ੍ਹਾਂ ਨਹੀਂ ਬਣਾਉਣਾ। ਚਾਸ਼ਨੀ ਤਕਰੀਬਨ ਤਿਆਰ ਹੁੰਦੀ ਜਾ ਰਹੀ ਹੈ। ਚੀਨੀ ਪਾਣੀ ਦੇ ਵਿੱਚ ਹੱਲ ਹੋ ਗਈ ਹੈ। ਜਿੰਨਾ ਕੁ ਅਸੀਂ ਉਹਨੂੰ ਗਾੜਾ ਕਰਨਾ ਸੀ ਉਹ ਕਰ ਲਿਆ। ਇਹਦੇ ਵਿੱਚ ਇੱਕ ਕੰਮ ਜਿਹੜਾ ਤੁਸੀਂ ਕਰਨਾ ਹੈ, ਉਹ ਤੁਸੀਂ ਚਾਹੋ ਤੇ ਕਰੋ, ਨਹੀਂ ਕਰਨਾ ਚਾਹੁੰਦੇ ਤੇ ਨਾ। ਲੇਕਿਨ ਮੈਂ ਇਹ ਪਸੰਦ ਕਰਨਾ, ਚੰਦ ਕਤਰੇ ਜਿਹੜੇ ਨੇ ਜ਼ਰਦੇ ਦਾ ਰੰਗ ਜਿਹੜਾ ਹੈ ਉਹ ਵਿੱਚ ਸ਼ਾਮਿਲ ਕਰਕੇ, ਤਾਂ ਕਿ ਉਸ ਬਣੀ ਹੋਈ ਸੂਜੀ ਦੇ ਹਲਵੇ ਦੇ ਵਿੱਚ ਇੱਕ ਅਲੱਗ ਤੋਂ ਹੀ ਖੂਬਸੂਰਤੀ ਆ ਸਕੇ। ਸੋ ਮੈਂ ਇਹਦੇ ਵਿੱਚ 2 ਤੋਂ 3 ਕਤਰੇ ਸਿਰਫ ਜ਼ਰਦੇ ਦਾ ਰੰਗ ਸ਼ਾਮਿਲ ਕਰਨ ਦਿਆਂ। ਤੁਸੀਂ ਨੋਟ ਕਰ ਰਹੇ ਹੋਵੋਗੇ ਕਿ ਚਾਸ਼ਨੀ ਦਾ ਕਲਰ ਜਿਹੜਾ ਹੈ ਉਹ ਜ਼ਰਦੇ ਦੇ ਰੰਗ ਵਰਗਾ ਹੋ ਗਿਆ। ਸਾਡੀ ਚਾਸ਼ਨੀ ਤਿਆਰ ਹੋ ਗਈ ਹੈ। ਇਹਨੂੰ ਬੰਦ ਕਰਕੇ ਤੇ ਹੁਣ ਅਸੀਂ ਸੂਜੀ ਦਾ ਹਲਵਾ ਬਣਾਉਣਾ ਸ਼ੁਰੂ ਕਰਨਾ ਹੈ। ਉਸੇ ਤੇਲ ਜਿਹਦੇ ਵਿੱਚ ਅਸੀਂ ਆਪਣਾ ਡਰਾਈ ਫਰੂਟ ਵਗੈਰਾ ਫਰਾਈ ਕੀਤਾ ਸੀ, ਉਸ ਤੇਲ ਨੂੰ ਲੈ ਕੇ ਤੇ ਉਹਦੇ ਵਿੱਚ ਜਿਹੜੀ ਅਸੀਂ ਸੂਜੀ ਪਹਿਲਾਂ ਤੋਂ ਭੁੰਨ ਚੁੱਕੇ ਆ ਉਹ ਸ਼ਾਮਿਲ ਕਰ ਦਾਂਗੇ। ਇਸ ਸਟੇਜ ਦੇ ਵਿੱਚ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਕਿ ਸੂਜੀ ਨੂੰ ਜਿੰਨਾ ਜ਼ਿਆਦਾ ਭੁੰਨੋਗੇ ਜਲੇ ਨਾ, ਬਟ ਉਹਨੂੰ ਜਿੰਨਾ ਜ਼ਿਆਦਾ ਭੁੰਨੋਗੇ ਕਿ ਉਹਦਾ ਦਾਣਾ ਦਾਣਾ ਲਹਿਦਾ ਹੋ ਜੇ, ਉਨੀ ਹੀ ਸੂਜੀ ਦਾ ਹਲਵਾ ਜਿਹੜਾ ਹੈ ਉਹ ਮਜ਼ੇਦਾਰ ਬਣੇਗਾ। थोड़ी जी एहतियात करने की ज़रूरत है। ਤੁਸੀਂ ਇੱਥੇ ਹੀ ਥੋੜਾ ਜਿਹਾ ਨੋਟ ਕਰ ਰਹੇ ਹੋਵੋਗੇ ਜੇ ਇਸ ਵੀਡੀਓ 'ਚ ਮੈਂ ਵਿਖਾ ਸਕਾਂ ਤੇ ਕਿ ਸੂਜੀ ਦਾਣਾ ਦਾਣਾ ਅਲੱਗਾ ਹੈਗਾ। ਇਹੀ ਉਹ ਫਰਕ ਸੀ ਕਿ ਜਦੋਂ ਤੁਸੀਂ ਸੂਜੀ ਨੂੰ ਪਹਿਲੇ ਹੱਥ ਹੀ ਤੇਲ ਦੇ ਵਿੱਚ ਭੁੰਨ ਲੈਂਦੇ ਜੇ ਉਦੋਂ ਉਹ ਦਾਣਾ ਨਹੀਂ ਛੱਡਦੀ,
ਜਦ ਕਿ ਜਦੋਂ ਤੁਸੀਂ ਇਹਨੂੰ ਭੁੰਨ ਕੇ ਸੁੱਕੇ ਨੂੰ ਫਿਰ ਤੇਲ ਦੇ ਵਿੱਚ ਭੁੰਨੋਗੇ ਤੇ ਉਹ ਆਪਣਾ ਦਾਣਾ ਛੱਡੇਗੀ। बड़ी ही सूंदी सूंदी जी खुशबू आनी शुरू हो गई है। ਇਸ ਸਟੇਜ ਦੇ ਵਿੱਚ ਤੁਸੀਂ ਆਪਣਾ ਜਿਹੜਾ ਡਰਾਈ ਫਰੂਟ ਕੀਤਾ ਸੀ ਉਹਨੂੰ ਵੀ ਸ਼ਾਮਿਲ ਕਰ ਸਕਦੇ ਜੇ। ਸੂਜੀ ਹੁਣ ਜਿਹੜੀ ਹੈ ਉਹ ਤੇਲ ਦੇ ਵਿੱਚ ਭੁੱਜ ਗਈ ਹੈ ਤੇ ਉਹਦੇ ਵਿੱਚ ਤੁਸੀਂ ਜਿਹੜੀ ਚਾਸ਼ਨੀ ਬਣਾਈ ਸੀ ਉਹ ਸ਼ਾਮਿਲ ਕਰ ਦੇਣੀ ਹੈ। चाशनी शामिल करते हुए ज़रा थोड़ा जिहा एहतियात करियो क्योंकि थल्ले तेल है तो उत्ते चाशनी दे विच पानी है। हलवा जोड़ा है उन्हें अपना पकड़ जी फड़ता जा रहा है। थोड़ी जी अग जी थले स्लो कर लो ताकि सूजी को मौका मिल सके कि मुकम्मल तौर से वो भुज सके। इस सिचुएशन दे विच कुछ लोग जिहड़े ने वो सूजी को थोड़ा सख्त पसंद करते हैं। मैं सूजी को ऐसी हालत पसंद करना जिस हालत इस टाइम आंदी जा रही है। बहुत ज़्यादा सख्त सूजी का हलवा जोड़ा है वो मैनू इन्ना ज़्यादा पसंद नहीं है। बट जे तुसी ज़्यादा सख्त हलवा पसंद करते जे तो तुसी अपने पसंद के मुताबिक उन्होंने थोड़ा ज़्यादा सख्त कर सकते जे। हलवा जोड़ा है जी वो तैयार तकरीबन हो गया है। थोड़ा जा तेल छड्डण दी देर है, जिवें तेल छड्डदा है तो साडा हलवा मुकम्मल तौर पर तैयार हो जाएगा।
ਸੂਜੀ ਨੇ ਤੇਲ ਛੱਡ ਦਿੱਤਾ ਹੈ ਤੇ ਹਲਵਾ ਜਿਹੜਾ ਹੈ ਹੁਣ ਮੁਕੰਮਲ ਤੌਰ ਤੇ ਤਿਆਰ ਹੋ ਗਿਆ ਹੈ। ਅਸੀਂ ਇਹਨੂੰ ਹੁਣ ਡਿਸ਼ ਆਊਟ ਕਰ ਲੈਂਦੇ ਹਾਂ। ਲਓ ਜੀ ਦੋਸਤੋ, ਗਰਮਾ ਗਰਮ ਸੂਜੀ ਦਾ ਹਲਵਾ ਬਿਲਕੁਲ ਤਿਆਰ ਹੈ। ਇਹ ਇੰਤਹਾਈ ਸ਼ਾਨਦਾਰ ਬਣਿਆ ਹੈ ਤੇ ਜਿਸ ਰੈਸਪੀ ਦੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਇਸ ਤਰ੍ਹਾਂ ਬਣਾਉਣਾ ਵੀ ਬਹੁਤ ਹੀ ਆਸਾਨ ਹੈ। ਤੁਹਾਨੂੰ ਜੇ ਇਹ ਵੀਡੀਓ ਪਸੰਦ ਆਈ ਹੋਏ ਤੇ ਸਾਨੂੰ ਆਪਣੇ ਕਮੈਂਟਸ ਦੇ ਨਾਲ ਆਗਾਹ ਕਰੋ ਤੇ ਜੇ ਕੋਈ ਹੋਰ ਰੈਸਪੀ ਤੁਹਾਡੇ ਜ਼ਿਹਨ 'ਚ ਹੋਏ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਸਾਨੂੰ ਦੱਸੋ। ਅਸੀਂ ਜ਼ਰੂਰ ਤੁਹਾਡੇ ਲਈ ਦੁਬਾਰਾ ਤੋਂ ਉਸੇ ਹੀ ਰੈਸਪੀ ਨੂੰ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਹੋਵੋਗੇ ਦੱਸਾਂਗੇ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਵੈਲਿਊ ਦਾ ਬਾਇਸ ਨੇ, ਲਿਹਾਜ਼ਾ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਤੇ ਆਪਣੇ ਯਾਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਇਹਨੂੰ ਸ਼ੇਅਰ ਕਰੋ ਤਾਂ ਕਿ ਹਰ ਕੋਈ ਸਿੱਖ ਸਕੇ। ਖਾਣਾ ਪਕਾਉਣਾ ਮੁਸ਼ਕਿਲ ਨਹੀਂ, ਬਸ ਥੋੜਾ ਬਹੁਤ ਸਿੱਖਣ ਦੀ ਜ਼ਰੂਰਤ ਹੈ। ਆਖਰ ਦੇ ਵਿੱਚ ਖੁਸ਼ ਰਹੋ ਤੇ ਹੱਸਦੇ ਵਸਦੇ ਰਹੋ। ਆਮੀਨ।